ਵੈਲਕਮ ਬੈਕ ਪਿਆਰੇ ਵਿਦਿਆਰਥੀਓ। ਅੱਜ ਅਸੀਂ ਚਰਚਾ ਕਰਾਂਗੇ 8ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਦੇ ਇਤਿਹਾਸ ਭਾਗ ਦੇ ਪਾਠ ਨੰਬਰ 13 ਬਸਤੀਵਾਦ ਅਤੇ ਕਬਾਇਲੀ ਸਮਾਜ ਬਾਰੇ। ਇਸ ਦੇ ਬਾਰੇ 'ਚ ਅਸੀਂ ਪਿਛਲੀ ਕਲਾਸ ਦੇ ਵਿੱਚ ਵੀ ਚਰਚਾ ਕਰ ਚੁੱਕੇ ਹਾਂ। ਅਸੀਂ ਪਿਛਲੀ ਕਲਾਸ ਦੇ ਵਿੱਚ ਚਰਚਾ ਕੀਤਾ ਸੀ ਕਿ ਬਸਤੀਵਾਦ ਕੀ ਹੈ ਅਤੇ ਕਬੀਲਿਆਂ ਦੇ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਜਿਉਂਦੇ ਸਨ। ਅਸੀਂ ਪਿਛਲੀ ਕਲਾਸ ਦੇ ਵਿੱਚ ਚਰਚਾ ਕੀਤੀ ਸੀ ਕਿ ਜੋ ਕਬੀਲੇ ਹਨ ਉਹ ਮੁੱਖ ਤੌਰ 'ਤੇ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਉਹਨਾਂ ਦੇ ਸਾਹਮਣੇ ਸਨ, ਕਿਸ ਵਜ੍ਹਾ ਕਰਕੇ ਉਹ ਜੋ ਅੰਗਰੇਜ਼ੀ ਰਾਜ ਹੈ ਉਸ ਦੇ ਖਿਲਾਫ ਉਹਨਾਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ। ਅਤੇ ਅਸੀਂ ਪਿਛਲੀ ਕਲਾਸ ਦੇ ਵਿੱਚ ਇਹ ਵੀ ਚਰਚਾ ਕੀਤੀ ਸੀ ਕਿ ਜੋ ਦੇਸ਼ ਦੇ ਉੱਤਰ ਪੂਰਬੀ ਹਿੱਸੇ ਜੋ 7 ਸਿਸਟਰਸ ਨੇ, ਉੱਥੇ ਜੋ ਵੱਖ-ਵੱਖ ਕਬੀਲੇ ਹਨ ਉਹਨਾਂ ਨੇ ਕਿਸ ਤਰ੍ਹਾਂ ਅੰਗਰੇਜ਼ੀ ਸਾਮਰਾਜ ਨੂੰ ਟੱਕਰ ਦਿੱਤੀ ਅਤੇ ਆਪਣੇ ਮੰਗਾਂ ਦੇ ਲਈ ਵਿਦਰੋਹ ਕਰਨ 'ਤੇ ਉਹ ਉੱਤਰ ਆਏ। ਉਸ ਦੇ ਸਿੱਟਿਆਂ ਬਾਰੇ ਵੀ ਅਸੀਂ ਉਸ ਕਲਾਸ ਦੇ ਵਿੱਚ ਚਰਚਾ ਕੀਤੀ ਸੀ। ਜੇਕਰ ਕਿਸੇ ਵਿਦਿਆਰਥੀ ਨੇ ਉਹ ਨਹੀਂ ਦੇਖਿਆ ਤਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਏਗਾ, ਉਸ ਤੋਂ ਜਾ ਕੇ ਉਹ ਪਿਛਲੀ ਕਲਾਸ ਵੀ ਦੇਖ ਸਕਦਾ ਹੈ। ਅੱਜ ਅਸੀਂ ਇਸ ਪਾਠ ਦੇ ਵਿੱਚ ਚਰਚਾ ਕਰਾਂਗੇ ਕਿ ਜੋ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਕਬੀਲੇ ਰਹਿੰਦੇ ਸਨ, ਖਾਸ ਕਰਕੇ ਛੋਟਾ ਨਾਗਪੁਰ ਜਾਂ ਝਾਰਖੰਡ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ ਰਹਿੰਦੇ ਕਬੀਲਿਆਂ ਨੇ ਕਿਸ ਤਰ੍ਹਾਂ ਅੰਗਰੇਜ਼ੀ ਸਾਮਰਾਜ ਨਾਲ ਆਪਣੀ ਅਧਿਕਾਰਾਂ ਨੂੰ ਲੈ ਕੇ ਇੱਕ ਲੰਬੀ ਲੜਾਈ ਲੜੀ ਅਤੇ ਉਸ ਦੇ ਕੀ ਰਿਜ਼ਲਟ ਜਾਂ ਨਤੀਜੇ ਇਹਨਾਂ ਕਬੀਲਿਆਂ ਨੂੰ ਮਿਲੇ। ਆਓ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੇ ਪਾਠ ਦੀ ਇਹ ਚਰਚਾ। ਅੱਜ ਦੇ ਪਾਠ ਦੇ ਵਿੱਚ ਅਸੀਂ ਖਾਸ ਤੌਰ 'ਤੇ ਚਰਚਾ ਕਰਾਂਗੇ ਛੋਟਾ ਨਾਗਪੁਰ ਖੇਤਰ ਦੇ ਬਾਰੇ 'ਚ। ਆਓ ਸਭ ਤੋਂ ਪਹਿਲਾਂ ਇੱਕ ਵਾਰੀ ਨਕਸ਼ੇ 'ਤੇ ਅਸੀਂ ਛੋਟਾ ਨਾਗਪੁਰ ਨੂੰ ਦੇਖ ਲੈਂਦੇ ਹਾਂ। ਤੁਹਾਡੇ ਸਾਹਮਣੇ ਇੱਕ ਨਕਸ਼ਾ ਹੈ। ਨਕਸ਼ੇ ਦੇ ਉੱਪਰ ਮਾਰਕ ਕੀਤਾ ਗਿਆ ਹੈ ਜੋ ਛੋਟਾ ਨਾਗਪੁਰ ਦਾ ਇਲਾਕਾ ਹੈ। ਇਸ ਨੂੰ ਚੰਗੀ ਤਰ੍ਹਾਂ ਨਾਲ ਆਪਣੇ ਮਾਈਂਡ ਦੇ ਵਿੱਚ ਬਿਠਾ ਲਓ ਅਤੇ ਇੱਕ ਖਾਲੀ ਨਕਸ਼ੇ ਦੀ ਮਦਦ ਦੇ ਨਾਲ ਇਸ ਨੂੰ ਫਿਲ ਕਰਕੇ ਵੀ ਐਕਸਰਸਾਈਜ਼ ਦੇ ਲਈ ਵਰਤ ਸਕਦੇ ਹੋ। ਇੱਕ ਹੋਰ ਦੂਸਰੇ ਨਕਸ਼ੇ ਦੀ ਮਦਦ ਦੇ ਨਾਲ ਤੁਸੀਂ ਹੋਰ ਵੀ ਕਲੀਅਰਟੀ ਦੇ ਨਾਲ ਦੇਖ ਸਕਦੇ ਹੋ ਜੋ ਸਾਡੇ ਦੇਸ਼ ਦਾ ਬੰਗਲਾਦੇਸ਼ ਦੇ ਨਾਲ ਲੱਗਦਾ ਹਿੱਸਾ ਹੈ, ਜਿਸ ਦੇ ਵਿੱਚ ਉੜੀਸਾ, ਝਾਰਖੰਡ, ਬਿਹਾਰ ਦਾ ਕੁਝ ਇਲਾਕਾ ਅਤੇ ਪੱਛਮੀ ਬੰਗਾਲ ਦਾ ਇਲਾਕਾ ਸ਼ਾਮਲ ਹਨ। ਇਹ ਸਾਰਾ ਹੀ ਇਹਨਾਂ ਕਬੀਲਿਆਂ ਦੀ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ, ਜਿਸ ਦੇ ਬਾਰੇ 'ਚ ਅਸੀਂ ਇਸ ਲੈਕਚਰ ਦੇ ਵਿੱਚ ਚਰਚਾ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਪਾਠ। 1820 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੌਲ ਕਬੀਲੇ ਦੁਆਰਾ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਗਿਆ, ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਰਾਜ ਦਾ ਵਿਸਥਾਰ ਸਹਿਣ ਨਹੀਂ ਕਰ ਸਕਦੇ ਸਨ। ਇਸ ਵਿਦਰੋਹ ਦੌਰਾਨ ਉਹਨਾਂ ਦੇ ਕਈ ਸਾਰੇ ਪਿੰਡ ਸਾੜ ਦਿੱਤੇ ਗਏ, ਕਾਫੀ ਗਿਣਤੀ ਦੇ ਵਿੱਚ ਲੋਕ ਵੀ ਮਾਰੇ ਗਏ, ਜਿਸ ਕਰਕੇ 1827 ਈਸਵੀ ਦੇ ਵਿੱਚ ਇਸ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟ ਦਿੱਤੇ। ਫਿਰ 1830 ਅਤੇ 31 ਦੇ ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਕੌਲ ਕਬੀਲੇ ਦੇ ਲੋਕ ਵੀ ਮੁੰਡਾ ਕਬੀਲੇ ਦੇ ਵਿਦਰੋਹ ਵਿੱਚ ਸ਼ਾਮਲ ਹੋ ਗਏ। ਇਹ ਵਿਦਰੋਹ ਜਲਦੀ ਹੀ ਰਾਂਚੀ, ਹਜ਼ਾਰੀਬਾਗ, ਪਾਲਮੂ ਅਤੇ ਮਨਭੂਮ ਇਲਾਕਿਆਂ ਤੱਕ ਫੈਲ ਗਿਆ। ਸੈਨਾ ਦੁਆਰਾ ਲਗਭਗ 10,000 ਦੇ ਕਰੀਬ ਆਦਮੀਆਂ ਨੂੰ ਮਾਰ ਦਿੱਤਾ ਗਿਆ, ਪਰੰਤੂ ਸੈਨਾ ਫਿਰ ਵੀ ਵਿਦਰੋਹ 'ਤੇ ਕਾਬੂ ਨਾ ਪਾ ਸਕੀ। ਅਖੀਰ ਵਿੱਚ ਕਾਫੀ ਸੈਨਿਕ ਕਾਰਵਾਈਆਂ ਕਰਨ ਉਪਰੰਤ 1832 ਈਸਵੀ ਵਿੱਚ ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ, ਪਰੰਤੂ ਕੌਲ ਅਤੇ ਮੁੰਡਾ ਕਬੀਲੇ ਦੇ ਲੋਕਾਂ ਦੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਜਾਰੀ ਰਹੀਆਂ ਸਨ। 1846 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਦੇ ਖਰੌਂਦ ਕਬੀਲੇ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕੈਪਟਨ ਮੈਕਫਰਸਨ ਤੇ ਕੈਂਪ 'ਤੇ ਹਮਲਾ ਕਰਕੇ ਉਸ ਨੂੰ 170 ਆਦਮੀਆਂ ਸਮੇਤ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ। ਹੋਰ ਗਵਾਂਢੀ ਕਬੀਲੇ ਦੇ ਲੋਕਾਂ ਨੇ ਵੀ ਇਸ ਵਿਦਰੋਹ ਵਿੱਚ ਸ਼ਾਮਲ ਹੁੰਦੇ ਗਏ। ਇਹ ਵਿਦਰੋਹ 1846 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕੁਚਲ ਦਿੱਤਾ ਗਿਆ, ਪਰੰਤੂ ਅੰਗਰੇਜ਼ਾਂ ਦੇ ਦੇਸ਼ ਨਿਕਾਲਾ ਦਿੱਤੇ ਗਏ ਕਬੀਲੇ ਦੇ ਇੱਕ ਆਦਮੀ ਨੂੰ ਵਾਪਸ ਦੇਸ਼ ਵਿੱਚ ਬੁਲਾਇਆ ਅਤੇ ਉਸ ਨੂੰ ਖਰੌਂਦ ਕਬੀਲੇ ਦੇ ਲੋਕਾਂ ਦਾ ਮੁਖੀਆ ਬਣਾ ਦਿੱਤਾ ਗਿਆ। ਇਸ ਨਾਲ ਖਰੌਂਦ ਕਬੀਲੇ ਦੇ ਲੋਕ ਸ਼ਾਂਤ ਹੋ ਗਏ। ਫਿਰ 1855 ਈਸਵੀ ਵਿੱਚ ਨਾਗਪੁਰ ਇਲਾਕੇ ਵਿੱਚ ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਅਸੀਂ ਪਿੱਛੇ ਨਕਸ਼ੇ 'ਤੇ ਇਸ ਨੂੰ ਦੇਖ ਚੁੱਕੇ ਹਾਂ ਕਿ ਸੰਥਾਲ ਕਬੀਲਾ ਕਿਹੜੇ ਇਲਾਕੇ ਦੇ ਵਿੱਚ ਪੈਂਦਾ ਹੈ। ਉੱਥੋਂ ਦੇ ਦੋ ਭਰਾਵਾਂ ਸਿੱਧੂ ਅਤੇ ਕਾਨੂ ਨੇ ਵਿਦਰੋਹ ਦਾ ਝੰਡਾ ਚੁੱਕ ਲਿਆ। ਇਹਨਾਂ ਦੋਨੇ ਭਰਾਵਾਂ ਦੀ ਅਗਵਾਈ ਦੇ ਵਿੱਚ ਲਗਭਗ 10,000 ਲੋਕਾਂ ਦੀ ਗਿਣਤੀ ਦੇ ਵਿੱਚ ਸੰਥਾਲ ਲੋਕਾਂ ਨੇ ਇਕੱਠੇ ਹੋ ਕੇ ਵਿਦਰੋਹ ਸ਼ੁਰੂ ਕਰ ਦਿੱਤਾ। ਇਹ ਦੋਨੋਂ ਭਰਾ ਸਿੱਧੂ ਅਤੇ ਕਾਨੂ ਅੰਗਰੇਜ਼ਾਂ ਦੀ ਲੁੱਟ ਖਸੁੱਟ ਜੋ ਕਿ ਇਹਨਾਂ ਦੇ ਕਬੀਲੇ ਦੇ ਵਿੱਚ ਲਗਾਤਾਰ ਕੀਤੀ ਜਾ ਰਹੀ ਸੀ, ਉਸ ਤੋਂ ਕਾਫੀ ਜ਼ਿਆਦਾ ਦੁਖੀ ਸਨ ਅਤੇ ਇਹਨਾਂ ਦੋਨਾਂ ਭਰਾਵਾਂ ਦਾ ਦਾਅਵਾ ਸੀ ਕਿ ਉਹਨਾਂ ਦੇ ਵਿੱਚ ਕੁਝ ਦੈਵੀ ਸ਼ਕਤੀਆਂ ਹਨ, ਜਿਸ ਕਾਰਨ ਕਿ ਅੰਗਰੇਜ਼ਾਂ ਦੇ ਜੋ ਹਥਿਆਰ ਹਨ ਉਹ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਕਰ ਸਕਣਗੇ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਜੋ ਸੰਥਾਲ ਕਬੀਲੇ ਦੇ ਲੋਕ ਹਨ ਉਹਨਾਂ ਨੇ ਇਹਨਾਂ ਦੋਨਾਂ ਭਰਾਵਾਂ ਦੇ ਪਿੱਛੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਅੰਗਰੇਜ਼ਾਂ ਦੇ ਖਿਲਾਫ ਇੱਕ ਮੋਰਚਾ ਖੋਲ੍ਹ ਦਿੱਤਾ। ਉਹਨਾਂ ਲੋਕਾਂ ਨੇ ਭਾਗਲਪੁਰ ਅਤੇ ਰਾਜ ਮਹਿਲ ਇਲਾਕਿਆਂ ਵਿਚਕਾਰ ਡਾਕ ਅਤੇ ਰੇਲ ਸੇਵਾਵਾਂ ਤਬਾਹ ਕਰ ਦਿੱਤੀਆਂ, ਕਿਉਂਕਿ ਇਹਨਾਂ ਆਦੀਵਾਸੀਆਂ ਦਾ ਮੰਨਣਾ ਸੀ ਕਿ ਜੋ ਡਾਕ ਅਤੇ ਰੇਲ ਸੇਵਾਵਾਂ ਹਨ ਇਹੀ ਉਹਨਾਂ ਦੀ ਜੋ ਗੁਲਾਮੀ ਹੈ ਉਸ ਦਾ ਕਾਰਨ ਹਨ। ਇਸ ਲਈ
ਇਹਨਾਂ ਨੇ ਰੇਲਵੇ ਅਤੇ ਪੁਲਿਸ ਕਰਮਚਾਰੀਆਂ ਨੂੰ ਵੀ ਮਾਰ ਦਿੱਤਾ। ਜਦੋਂ ਅੰਗਰੇਜ਼ੀ ਸਰਕਾਰ ਨੇ ਇਹਨਾਂ ਦਾ ਪਿੱਛਾ ਕੀਤਾ ਤਾਂ ਉਹ ਜੰਗਲਾਂ ਦੇ ਵਿੱਚ ਲੁਕ ਗਏ, ਕਿਉਂਕਿ ਇਹ ਆਦੀਵਾਸੀ ਲੋਕ ਸਨ, ਇਹ ਜੰਗਲਾਂ ਦੇ ਵਿੱਚ ਰਹਿੰਦੇ ਸਨ। ਇਹਨਾਂ ਨੂੰ ਪਤਾ ਸੀ ਕਿ ਜੰਗਲ ਦੇ ਵਿੱਚ ਕਿੱਥੇ ਛੁਪਣ ਦੇ ਲਾਇਕ ਜਗ੍ਹਾ ਹੈ, ਜਦਕਿ ਅੰਗਰੇਜ਼ ਜੋ ਅਧਿਕਾਰੀ ਸਨ ਉਹ ਇਹਨਾਂ ਦਾ ਪਿੱਛਾ ਨਹੀਂ ਕਰ ਸਕੇ। 1856 ਈਸਵੀ ਤੱਕ ਉਹਨਾਂ ਨੇ ਅੰਗਰੇਜ਼ੀ ਸੈਨਾ ਦਾ ਮੁਕਾਬਲਾ ਕੀਤਾ, ਉਹਨਾਂ ਦੇ ਵਿਰੁੱਧ ਸੈਨਿਕ ਕਾਰਵਾਈ ਜਾਰੀ ਰੱਖੀ। ਵਿਦਰੋਹੀਆਂ ਦੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਆਖਰ ਦੇ ਵਿੱਚ ਸਿੱਧੂ ਅਤੇ ਕਾਨੂੰ ਜੋ ਦੋਨੋਂ ਭਰਾ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋਨਾਂ ਭਰਾਵਾਂ ਨੂੰ ਫਾਂਸੀ ਦੇ ਦਿੱਤੀ ਗਈ। ਜਿਸ ਜਗ੍ਹਾ ਤੇ ਇਹਨਾਂ ਨੂੰ ਫਾਂਸੀ ਦਿੱਤੀ ਗਈ ਹੈ ਝਾਰਖੰਡ ਦੇ ਵਿੱਚ, ਉਹ ਜਗ੍ਹਾ ਨੂੰ ਆਦੀਵਾਸੀ ਅੱਜ ਬਹੁਤ ਜ਼ਿਆਦਾ ਪੂਜਨਿਕ ਮੰਨਦੇ ਹਨ। ਇਹਨਾਂ ਨੂੰ ਉੱਥੋਂ ਦੇ ਸੂਰਮੇ ਮੰਨਿਆ ਜਾਂਦਾ ਹੈ, ਠੀਕ ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਕਈ ਸਾਰੇ ਬਹਾਦਰ ਇਨਸਾਨਾਂ ਦਾ ਨਾਮ ਆਮ ਹੀ ਲਿਆ ਜਾਂਦਾ ਹੈ। ਉਵੇਂ ਹੀ ਜਿਵੇਂ ਭਗਤ ਸਿੰਘ ਜਾਂ ਊਧਮ ਸਿੰਘ ਜਾਂ ਹੋਰ ਦੂਸਰੇ ਜਿਹੜੇ ਕ੍ਰਾਂਤੀਕਾਰੀ ਨੇ, ਉਹਨਾਂ ਦੀ ਤਰ੍ਹਾਂ ਆਦੀਵਾਸੀ ਲੋਕ ਵੀ ਇਹਨਾਂ ਦੋਵੇਂ ਭਰਾਵਾਂ ਨੂੰ ਆਪਣੇ ਇੱਕ ਵੱਡੇ ਬਹਾਦਰ ਯੋਧਾ ਮੰਨਦੇ ਹਨ। ਅੰਗਰੇਜ਼ਾਂ ਦੇ ਖਿਲਾਫ ਹੋਏ ਵਿਦਰੋਹਾਂ ਦੇ ਵਿੱਚੋਂ ਸੰਥਾਲ ਵਿਦਰੋਹਾਂ ਦੇ ਵਾਂਗ ਹੀ ਮੁੰਡਾ ਜਾਤੀ ਦੇ ਵਿਦਰੋਹ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਹਨ। ਮੁੰਡਾ ਜਾਤੀ ਦੇ ਲੋਕ ਬਿਹਾਰ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਹੈ। ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬਾਇਲੀ ਲੋਕ ਕਬੀਲਈ ਇਲਾਕਿਆਂ ਵਿੱਚ ਆ ਕੇ ਰਹਿਣ ਲੱਗ ਪਏ ਸਨ। ਉਹਨਾਂ ਨੇ ਕਬਾਇਲੀ ਲੋਕਾਂ ਦੀ ਜੋ ਜ਼ਮੀਨ ਹੈ ਉਹ ਖੋਹ ਲਈ ਸੀ ਜਾਂ ਉਸ ਦੇ ਉੱਪਰ ਕਬਜ਼ਾ ਕਰ ਲਿਆ ਸੀ। ਅਸੀਂ ਪਿਛਲੀ ਕਲਾਸ ਦੇ ਵਿੱਚ ਚਰਚਾ ਕੀਤੀ ਸੀ ਕਿ ਜੋ ਆਦੀਵਾਸੀ ਹਨ ਉਹਨਾਂ ਦੀ ਆਪਣੀ ਜ਼ਮੀਨ ਦੇ ਉੱਪਰ ਕੋਈ ਨਿੱਜੀ ਮਲਕੀਅਤ ਨਹੀਂ ਹੁੰਦੀ, ਸਾਰੀ ਹੀ ਜ਼ਮੀਨ ਸਾਂਝੀ ਹੁੰਦੀ ਹੈ ਅਤੇ ਜੋ ਉਸ ਜ਼ਮੀਨ ਦੇ ਉੱਪਰ ਰਹਿੰਦਾ ਹੈ ਜਾਂ ਜਿਸ ਦੀਆਂ ਵੀ ਉਹ ਲੋੜਾਂ ਪੂਰੀਆਂ ਕਰਦੀ ਹੈ ਉਹ ਸਾਰੇ ਹੀ ਉਸ ਜ਼ਮੀਨ ਦੇ ਮਾਲਕ ਹੁੰਦੇ ਹਨ। ਪਰ ਅੰਗਰੇਜ਼ਾਂ ਦੇ ਆ ਜਾਣ ਤੋਂ ਬਾਅਦ ਇਹ ਪੂਰੀ ਤਰ੍ਹਾਂ ਨਾਲ ਬਦਲ ਗਿਆ। ਅੰਗਰੇਜ਼ਾਂ ਨੇ ਜ਼ਮੀਨ ਨੂੰ ਇੱਕ ਵੇਚਣਯੋਗ ਚੀਜ਼ ਮੰਨਿਆ ਅਤੇ ਜੋ ਵੀ ਆਦਮੀ ਇਸ ਜ਼ਮੀਨ ਨੂੰ ਵੇਚ ਸਕਦਾ ਸੀ ਜਾਂ ਖਰੀਦ ਸਕਦਾ ਸੀ ਉਸੇ ਨੂੰ ਹੀ ਇਸ ਦਾ ਮਾਲਕ ਮੰਨਿਆ ਗਿਆ। ਇਸ ਜੋ ਸਿਸਟਮ ਸੀ ਇਸ ਦਾ ਸਭ ਤੋਂ ਮਾਰੂ ਪ੍ਰਭਾਵ ਆਦੀਵਾਸੀਆਂ ਦੇ ਉੱਪਰ ਪਿਆ, ਕਿਉਂਕਿ ਆਦੀਵਾਸੀਆਂ ਦੇ ਲਈ ਤਾਂ ਇਹ ਬਿਲਕੁਲ ਨਵਾਂ ਸਿਸਟਮ ਸੀ। ਤਾਂ ਆਦੀਵਾਸੀ ਇਲਾਕਿਆਂ ਦੇ ਉੱਪਰ ਜੋ ਦੂਸਰੇ ਇਲਾਕਿਆਂ ਤੋਂ ਲੋਕ ਸਨ ਉਹਨਾਂ ਨੇ ਜਾ ਕੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਆਦੀਵਾਸੀਆਂ ਨੂੰ ਇਹਨਾਂ ਦੀ ਜ਼ਮੀਨ ਦੇ ਉੱਪਰੋਂ ਭਜਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਕਿ ਆਦੀਵਾਸੀਆਂ ਦਾ ਗੁੱਸਾ ਭੜਕ ਉੱਠਿਆ ਅਤੇ ਉਹਨਾਂ ਨੇ ਇਹ ਬਾਹਰੀ ਲੋਕਾਂ ਦੇ ਉੱਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਬਾਅਦ ਦੇ ਵਿੱਚ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਜੋ ਇਹ ਬਾਹਰੀ ਲੋਕ ਹਨ ਇਹ ਅੰਗਰੇਜ਼ਾਂ ਦੀ ਸ਼ਹਿ ਦੇ ਉੱਪਰ ਆਏ ਹਨ, ਤਾਂ ਹੁਣ ਉਹਨਾਂ ਦੇ ਗੁੱਸੇ ਦਾ ਜੋ ਨਿਸ਼ਾਨਾ ਸੀ ਜਾਂ ਕੇਂਦਰ ਬਿੰਦੂ ਸੀ ਉਹ ਅੰਗਰੇਜ਼ ਹੋ ਗਏ ਸਨ। ਮੁੰਡਾ ਜਾਤੀ ਦੇ ਆਗੂ ਜਿਸ ਨੂੰ ਬਿਰਸਾ ਮੁੰਡਾ ਕਿਹਾ ਜਾਂਦਾ ਹੈ, ਉਸ ਦੀ ਅਗਵਾਈ ਦੇ ਹੇਠਾਂ ਮੁੰਡਾ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ। 1899 ਤੋਂ ਲੈ ਕੇ 1900 ਈਸਵੀ ਵਿੱਚ ਪ੍ਰਮੁੱਖ ਵਿਦਰੋਹ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਸ਼ੁਰੂ ਹੋਇਆ। ਇਸ ਵਿਦਰੋਹ ਦਾ ਪ੍ਰਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਸਥਾਪਿਤ ਕਰਨਾ ਸੀ। ਅਸੀਂ ਚਰਚਾ ਕਰ ਚੁੱਕੇ ਹਾਂ ਕਿ ਜੋ ਇਸ ਇਲਾਕੇ ਦੇ ਆਦੀਵਾਸੀ ਸਨ ਉਹ ਅੰਗਰੇਜ਼ਾਂ ਦੇ ਆ ਜਾਣ ਤੋਂ ਬਾਅਦ ਉਹਨਾਂ ਨੂੰ ਬਹੁਤ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਤੋਂ ਉਹਨਾਂ ਦੇ ਜੰਗਲ ਖੋਹ ਲਏ ਗਏ ਸਨ, ਜੋ ਉਹਨਾਂ ਦੀ ਗੁਜ਼ਰ ਬਸਰ ਦੇ ਮੁੱਖ ਸਾਧਨ ਸਨ ਉਹ ਉਹਨਾਂ ਤੋਂ ਖੋਹ ਲਏ ਗਏ ਸਨ। ਆਪਾਂ ਗੱਲ ਕਰਦੇ ਹਾਂ ਬਿਰਸਾ ਮੁੰਡਾ ਬਾਰੇ। ਬਿਰਸਾ ਮੁੰਡਾ ਜੋ ਕਿ ਮੁੰਡਾ ਕਬੀਲੇ ਦਾ ਇੱਕ ਨੇਤਾ ਸੀ ਜਿਸ ਨੇ ਆਪਣੇ ਕਬੀਲੇ ਦੇ ਲੋਕਾਂ ਨੂੰ ਸੰਗਠਿਤ ਕੀਤਾ ਅਤੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕਰਨ ਦੇ ਲਈ ਆਪਣੇ ਲੋਕਾਂ ਨੂੰ ਉਹਨਾਂ ਦੀ ਅਗਵਾਈ ਕੀਤੀ। ਬਿਰਸਾ ਮੁੰਡਾ ਜੋ ਕਿ ਇਹ ਦਾਅਵਾ ਕਰਦਾ ਸੀ ਕਿ ਉਸ ਕੋਲੇ ਕੁਝ ਦੈਵੀ ਸ਼ਕਤੀਆਂ ਹਨ ਅਤੇ ਉਸ ਦਾ ਅੰਗਰੇਜ਼ਾਂ ਦੇ ਹਥਿਆਰ ਕੁਝ ਵੀ ਨਹੀਂ ਵਿਗਾੜ ਸਕਦੇ। ਉਸ ਕੋਲੇ ਅਜਿਹੇ ਮੰਤਰ ਹਨ ਕਿ ਅੰਗਰੇਜ਼ਾਂ ਦੇ ਜੋ ਬੰਦੂਕਾਂ ਹਨ ਉਹ ਚੱਲਣੀਆਂ ਬੰਦ ਹੋ ਜਾਣਗੀਆਂ। ਬਿਰਸਾ ਮੁੰਡਾ ਦੀਆਂ ਇਹਨਾਂ ਗੱਲਾਂ ਦਾ ਲੋਕਾਂ ਨੂੰ, ਕਬੀਲੇ ਦੇ ਲੋਕਾਂ 'ਤੇ ਕਾਫੀ ਡੂੰਘਾ ਅਸਰ ਹੋਇਆ। ਉਹ ਆਪਣੇ ਹਾਲਾਤ ਅਤੇ ਬਿਰਸਾ ਮੁੰਡਾ ਦੀਆਂ ਗੱਲਾਂ ਦੇ ਉੱਪਰ ਯਕੀਨ ਕਰਕੇ ਅੰਗਰੇਜ਼ਾਂ ਦੇ ਖਿਲਾਫ ਵਿਦਰੋਹ ਕਰਨ ਦੇ ਉੱਪਰ ਉਤਾਰੂ ਹੋ ਗਏ। ਬਿਰਸਾ ਮੁੰਡਾ ਜਿਸ ਨੂੰ ਕਿ ਜੜੀ ਬੂਟੀਆਂ ਦੇ ਬਾਰੇ 'ਚ ਗਿਆਨ ਸੀ ਅਤੇ ਉਸਨੇ ਅੰਗਰੇਜ਼ੀ ਸਕੂਲ ਦੇ ਵਿੱਚੋਂ ਹੀ ਪ੍ਰਾਇਮਰੀ ਤੱਕ ਦੀ ਸਿੱਖਿਆ ਹਾਸਲ ਕੀਤੀ ਸੀ, ਉਸ ਨੂੰ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਬਹੁਤਾ ਸਮਾਂ ਨਹੀਂ ਲੱਗਿਆ। ਉਸਨੇ ਲੋਕਾਂ ਨੂੰ ਸਮਝਾਇਆ ਕਿ ਉਹਨਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਅਸਲੀ ਕਾਰਨ ਕੀ ਹੈ। ਬਿਰਸਾ ਮੁੰਡਾ ਦੀ ਅਗਵਾਈ ਦੇ ਵਿੱਚ ਮੁੰਡਾ ਕਬੀਲੇ ਦੇ ਲੋਕਾਂ ਨੇ, ਜੋ ਗੈਰ ਕਬਾਇਲੀ ਲੋਕ ਸਨ ਜਿਨ੍ਹਾਂ ਨੇ ਕਿ ਇਹਨਾਂ ਕਬੀਲਿਆਂ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ, ਉਹਨਾਂ ਦੇ ਖਿਲਾਫ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਮੁੰਡਾ ਕਬੀਲੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਜੋ ਇਹ ਕਬਜ਼ਾ ਕਰਨ ਵਾਲੇ ਲੋਕ ਸਨ ਇਹਨਾਂ ਨੂੰ ਅੰਗਰੇਜ਼ੀ ਸਾਮਰਾਜ ਦੀ ਸ਼ਹਿ ਹੈ, ਤਾਂ ਉਹਨਾਂ ਦਾ ਜੋ ਬਦਲੇ ਦੀ ਭਾਵਨਾ ਸੀ ਉਹ ਅੰਗਰੇਜ਼ਾਂ ਦੇ ਖਿਲਾਫ ਜਾਗ ਉੱਠੀ। ਜੋ ਬਿਰਸਾ ਮੁੰਡਾ ਸੀ ਉਹ ਸ਼ਾਹੂਕਾਰਾਂ ਅਤੇ ਜ਼ਿਮੀਂਦਾਰਾਂ ਨੂੰ ਵੀ ਨਫ਼ਰਤ ਕਰਦਾ ਸੀ। ਉਸਨੇ ਮੁੰਡਾ ਜਾਤੀ ਦੇ ਲੋਕਾਂ ਨਾਲ ਜੋ ਬੁਰਾ ਵਰਤਾਅ ਕਰਦੀ ਹੋਰ ਕਬੀਲੇ ਸਨ ਉਹਨਾਂ ਸਾਰੇ ਹੀ ਕਬੀਲਿਆਂ ਦੇ ਖਿਲਾਫ ਆਪਣੇ ਲੋਕਾਂ ਨੂੰ ਵਿਦਰੋਹ ਕਰਨ ਦੇ ਲਈ ਰਾਜੀ ਕੀਤਾ।
ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕੇ ਵਿੱਚ ਵਿਦਰੋਹ ਸ਼ੁਰੂ ਕਰ ਦਿੱਤਾ। ਮੁੰਡਾ ਸਮਾਜ ਦੇ ਲੋਕਾਂ ਨੇ ਉਸ ਦੀ ਅਗਵਾਈ ਦੇ ਵਿੱਚ ਜੋ ਅੰਗਰੇਜ਼ੀ ਸਾਮਰਾਜ ਹੈ ਉਸ ਦੇ ਖਿਲਾਫ ਡਟਵਾਂ ਵਿਰੋਧ ਦਰਜ ਕੀਤਾ। ਉਹਨਾਂ ਨੇ ਅੰਗਰੇਜ਼ੀ ਰਾਜ ਦੇ ਜੋ ਨਿਸ਼ਾਨੀਆਂ ਸਨ ਜਿਵੇਂ ਕਿ ਮਿਸ਼ਨਰੀਜ਼ ਅਤੇ ਪੁਲਿਸ ਸਟੇਸ਼ਨਾਂ ਦੇ ਉੱਪਰ ਵੀ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਪਰੰਤੂ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਇਸ ਨੂੰ ਰਾਂਚੀ ਦੀ ਇੱਕ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ। ਆਖਰ ਦੇ ਵਿੱਚ ਇੱਕ ਹੈਜ਼ਾ ਜਾਂ ਕੋਲਰਾ ਬਿਮਾਰੀ ਦੇ ਕਾਰਨ ਬਿਰਸਾ ਮੁੰਡਾ ਦੀ ਮੌਤ ਹੋ ਜਾਂਦੀ ਹੈ। ਅੱਜ ਵੀ ਝਾਰਖੰਡ ਦੇ ਵਿੱਚ ਬਿਰਸਾ ਮੁੰਡਾ ਨੂੰ ਉੱਥੋਂ ਦਾ ਲੋਕ ਨਾਇਕ ਮੰਨਿਆ ਜਾਂਦਾ ਹੈ। ਮੁੰਡਾ ਕਬੀਲੇ ਦੇ ਆਦੀਵਾਸੀ ਲੋਕ ਅੱਜ ਵੀ ਬਿਰਸਾ ਮੁੰਡਾ ਨੂੰ ਇੱਕ ਦੇਵਤਾ ਦੀ ਤਰ੍ਹਾਂ ਪੂਜਦੇ ਹਨ। ਮੁੰਡਾ ਵਿਦਰੋਹ ਦੇ ਜੋ ਨਤੀਜੇ ਆਏ ਉਹਨਾਂ ਦੇ ਬਾਰੇ 'ਚ ਅਸੀਂ ਇੱਥੇ ਚਰਚਾ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਬਰਤਾਨਵੀ ਹਕੂਮਤ ਨੇ ਛੋਟਾ ਨਾਗਪੁਰ ਦਾ ਇੱਕ ਸਪੈਸ਼ਲ ਐਕਟ ਜੋ 1908 ਈਸਵੀ ਦੇ ਵਿੱਚ ਪਾਸ ਕੀਤਾ। ਇਸ ਦੇ ਕਾਰਨ ਜੋ ਛੋਟੇ ਕਿਸਾਨ ਸਨ ਉਹਨਾਂ ਨੂੰ ਜ਼ਮੀਨ ਦੇ ਹੱਕ ਮਿਲ ਗਏ। ਛੋਟਾ ਨਾਗਪੁਰ ਖੇਤਰ ਦੇ ਲੋਕ ਸਮਾਜਿਕ ਧਾਰਮਿਕ ਪੱਖੋਂ ਵਧੇਰੇ ਜਾਗਰੂਕ ਹੋ ਗਏ। ਅਨੇਕਾਂ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ। ਅਸੀਂ ਪਿੱਛੇ ਵੀ ਚਰਚਾ ਕਰ ਚੁੱਕੇ ਹਾਂ ਕਿ ਜੋ ਆਦੀਵਾਸੀ ਲੋਕ ਹਨ ਉਹਨਾਂ ਦਾ ਆਪਣਾ ਹੀ ਇੱਕ ਸਮਾਜਿਕ ਤਾਣਾ ਬਾਣਾ ਅਤੇ ਧਾਰਮਿਕ ਪੱਖ ਹੁੰਦਾ ਹੈ। ਉਹ ਆਪਣੇ ਹੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ। ਇਸ ਵਿਦਰੋਹ ਤੋਂ ਬਾਅਦ ਮੁੰਡਾ ਕਬੀਲੇ ਦੇ ਲੋਕਾਂ ਦੇ ਵਿੱਚ ਆਪਣੇ ਸੱਭਿਆਚਾਰ ਨੂੰ ਲੈ ਕੇ ਹੋਰ ਵੀ ਜ਼ਿਆਦਾ ਜਾਗਰੂਕਤਾ ਆਈ ਅਤੇ ਉਹ ਆਪਣੇ ਸੱਭਿਆਚਾਰ ਦੇ ਬਾਰੇ 'ਚ ਹੋਰ ਵੀ ਜ਼ਿਆਦਾ ਮਾਣ ਮਹਿਸੂਸ ਕਰਨ ਲੱਗ ਪਏ। ਇਸ ਤੋਂ ਇਲਾਵਾ ਬਿਰਸਾ ਮੁੰਡਾ ਨੂੰ ਆਪਣਾ ਇੱਕ ਲੋਕ ਨਾਇਕ ਦੇ ਵਜੋਂ ਇਸ ਕਬੀਲੇ ਦੇ ਲੋਕਾਂ ਨੇ ਉਸ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਅਨੇਕਾਂ ਸਮਾਜਿਕ ਧਾਰਮਿਕ ਅੰਦੋਲਨਾਂ ਦੀ ਸ਼ੁਰੂਆਤ ਹੋਈ। ਕਬਾਇਲੀ ਲੋਕ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰਨ ਲੱਗ ਪਏ। ਜਿਵੇਂ ਕਿ ਅਸੀਂ ਪਿੱਛੇ ਪੜ੍ਹਿਆ ਹੈ ਕਿ ਛੋਟਾ ਨਾਗਪੁਰ ਐਕਟ ਜੋ ਕਿ 1908 ਈਸਵੀ ਦੇ ਵਿੱਚ ਪਾਸ ਕੀਤਾ ਗਿਆ, ਇਸ ਦੇ ਤਹਿਤ ਇੱਕ ਤਰ੍ਹਾਂ ਨਾਲ ਜੋ ਮੁੰਡਾ ਕਬੀਲੇ ਦੇ ਲੋਕ ਹਨ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਉਹਨਾਂ ਨੇ ਆਪਣੇ ਜੋ ਹੱਕ ਹਨ ਉਹ ਅੰਗਰੇਜ਼ਾਂ ਨਾਲ ਲੜ ਕੇ ਜਿੱਤ ਲਏ ਹਨ। ਇਸ ਤੋਂ ਦੂਸਰੇ ਕਬੀਲਿਆਂ ਦੇ ਵਿੱਚ ਵੀ ਇੱਕ ਸੁਨੇਹਾ ਗਿਆ ਕਿ ਜਿਸ ਤਰ੍ਹਾਂ ਮੁੰਡਾ ਕਬੀਲੇ ਦੇ ਲੋਕਾਂ ਦੇ ਦਬਾਅ ਦੇ ਅੱਗੇ ਝੁਕਦੇ ਹੋਏ ਜੋ ਬਰਤਾਨਵੀ ਹਕੂਮਤ ਹੈ ਉਸਨੇ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ, ਤਾਂ ਅਸੀਂ ਵੀ ਅੰਗਰੇਜ਼ਾਂ ਦੇ ਖਿਲਾਫ ਆਪਣਾ ਰੋਸ ਦਰਜ ਕਰਵਾ ਕੇ ਆਪਣੇ ਹੱਕਾਂ ਨੂੰ ਲੈ ਸਕਦੇ ਹਾਂ। ਇਸ ਤੋਂ ਇੱਕ ਸ਼ੁਰੂਆਤ ਹੋਈ ਅਤੇ ਇਹ ਬਾਅਦ ਦੇ ਵਿੱਚ ਸਾਰੇ ਹੀ ਭਾਰਤ ਦੇ ਵਿੱਚ ਇੱਕ ਆਮ ਗੱਲ ਹੋ ਗਈ। ਇਸ ਤੋਂ ਇਲਾਵਾ ਕੁਝ ਹੋਰ ਬਗਾਵਤਾਂ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਕਈ ਸਾਰੇ ਕਬੀਲਿਆਂ ਨੇ ਜੋ ਅੰਗਰੇਜ਼ੀ ਸ਼ਾਸਨ ਸੀ ਉਸ ਦੇ ਖਿਲਾਫ ਬਗਾਵਤ ਕੀਤੀ। ਇਹਨਾਂ ਬਗਾਵਤਾਂ ਨਾਲ ਸਮਾਜਿਕ ਅਤੇ ਆਰਥਿਕ ਸੁਧਾਰਾਂ ਦੇ ਵਿੱਚ ਕਾਫੀ ਜ਼ਿਆਦਾ ਪਰਿਵਰਤਨ ਹੋਇਆ, ਕਿਉਂਕਿ ਕਬਾਇਲੀ ਲੋਕ ਬਰਤਾਨਵੀ ਹਕੂਮਤ ਦੀਆਂ ਲਗਾਨ ਨੀਤੀਆਂ ਦੇ ਕਾਫੀ ਜ਼ਿਆਦਾ ਵਿਰੋਧੀ ਸਨ। ਅਸੀਂ ਪਿੱਛੇ ਚਰਚਾ ਕਰ ਚੁੱਕੇ ਹਾਂ ਕਿ ਜੋ ਅੰਗਰੇਜ਼ਾਂ ਦੀਆਂ ਮਾੜੀਆਂ ਲਗਾਨ ਨੀਤੀਆਂ ਸਨ ਉਹਨਾਂ ਦੇ ਖਿਲਾਫ ਹੀ ਕਿਸਾਨਾਂ ਨੇ ਅਤੇ ਆਦੀਵਾਸੀਆਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਅਤੇ ਉਸ ਦਾ ਜੋ ਸਿੱਟਾ ਆਇਆ ਉਹ ਕੁਝ ਇਸ ਤਰ੍ਹਾਂ ਆਇਆ ਕਿ ਅੰਗਰੇਜ਼ਾਂ ਨੇ ਇੱਕ ਇੱਕ ਕਰਕੇ ਇਹਨਾਂ ਵਿਰੋਧ ਕਰਨ ਵਾਲਿਆਂ ਦੀਆਂ ਮੰਗਾਂ ਨੂੰ ਉਹਨਾਂ ਦੇ ਉੱਪਰ ਗੌਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਸਮੱਸਿਆਵਾਂ ਨੂੰ ਸੁਲਝਾਉਣਾ ਵੀ ਸ਼ੁਰੂ ਕਰ ਦਿੱਤਾ, ਜਿਸ ਤੋਂ ਕਿ ਸਾਰੇ ਹੀ ਦੇਸ਼ ਦੇ ਵਿੱਚ ਇੱਕ ਸੁਧਾਰ ਪੱਖੀ ਲਹਿਰ ਖੜੀ ਹੋ ਗਈ। ਇਸ ਤਰ੍ਹਾਂ ਨਾਲ ਅਸੀਂ ਅੱਜ ਦੇ ਇਹ ਪਾਠ ਦੇ ਬਾਰੇ 'ਚ ਪੂਰੀ ਕੰਪਲੀਟ ਚਰਚਾ ਕਰ ਚੁੱਕੇ ਹਾਂ। ਮੇਰਾ ਖਿਆਲ ਹੈ ਵੀ ਸਾਰੇ ਵਿਦਿਆਰਥੀਆਂ ਨੂੰ ਇਹਨਾਂ 2 ਲੈਕਚਰਸ ਦੇ ਜ਼ਰੀਏ ਇਸ ਪਾਠ ਦੇ ਸੰਬੰਧ ਦੇ ਵਿੱਚ ਕਾਫੀ ਜ਼ਿਆਦਾ ਕਲੀਅਰਿਟੀ ਹੋਈ ਹੋਵੇਗੀ। ਜੇਕਰ ਕਿਸੇ ਵੀ ਤਰੀਕੇ ਦਾ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ, ਫੋਨ ਦੇ ਉੱਪਰ ਪੁੱਛ ਸਕਦੇ ਹੋ। ਅਤੇ ਇੱਕ ਰਿਕੁਐਸਟ ਹੈ, ਕਿਰਪਾ ਕਰਕੇ ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਆਪਣੇ ਹਮ ਜਮਾਤੀਆਂ ਦੇ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਮੈਨੂੰ ਹੌਸਲਾ ਮਿਲੇ ਕਿ ਜੇਕਰ ਤੁਸੀਂ ਦੇਖੋਗੇ ਤਾਂ ਮੈਂ ਅੱਗੇ ਇਸ ਨੂੰ ਹੋਰ ਜ਼ਿਆਦਾ ਵਧੀਆ ਬਣਾਵਾਂਗਾ। ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਕਨਫਿਊਜ਼ਨ ਹੈ ਤਾਂ ਮੈਨੂੰ ਦੱਸ ਸਕਦੇ ਹੋ। ਇਸ ਦੇ ਨਾਲ ਹੀ ਤੁਹਾਡਾ ਇਹ ਲੈਕਚਰ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ। ਬਾਕੀ ਜੋ ਇਸ ਲੈਕਚਰ ਦੇ ਕੁਐਸਚਨ ਹਨ ਉਹਨਾਂ ਨੂੰ ਡਿਪਾਰਟਮੈਂਟ ਦੀ ਤਰਫੋਂ ਜੋ ਸਲਾਈਡਸ ਡੇਲੀ ਭੇਜੀਆਂ ਜਾ ਰਹੀਆਂ ਹਨ ਉਹਨਾਂ ਦੀ ਮਦਦ ਦੇ ਨਾਲ ਅਤੇ ਇਸ ਐਕਸਪਲੇਨੇਸ਼ਨ ਦੀ ਮਦਦ ਦੇ ਨਾਲ ਤੁਸੀਂ ਚੰਗੇ ਤਰੀਕੇ ਨਾਲ ਇਸ ਨੂੰ ਕਰ ਸਕਦੇ ਹੋ। ਉਮੀਦ ਹੈ ਤੁਸੀਂ ਇਹਨਾਂ ਗੱਲਾਂ 'ਤੇ ਗੌਰ ਕਰੋਗੇ। ਧੰਨਵਾਦ।